ਚੰਡੀਗੜ੍ਹ ਦੇ ਵਿੱਚ 50 ਬੈੱਡ ਦਾ ਇੱਕ ਕੋਵਿਡ ਸੈਂਟਰ ਸ਼ੁਰੂ ਕੀਤਾ ਗਿਆ। ਸੈਕਟਰ 43 ਦੇ ਸਪੋਰਟਸ ਕੰਪਲੈਕਸ ਦੇ ਵਿੱਚ ਹੁਣ ਇਹ ਕੋਵਿਡ ਸੈਂਟਰ ਬਣਾਇਆ ਗਿਆ। ਇਹ ਕੋਵਿਡ ਸੈਂਟਰ ਆਧੁਨਿਕ ਸਹੂਲਤਾਂ ਦੇ ਨਾਲ ਲੈਸ ਹੈ। ਪੰਜਾਬ ਦੇ ਰਾਜਪਾਲ VP ਸਿੰਘ ਬਦਨੌਰ ਨੇ ਇਸ ਦਾ ਉਦਘਾਟਨ ਕੀਤਾ ਹੈ ਤੇ ਚੰਡੀਗੜ੍ਹ ਪ੍ਰਸ਼ਾਸਨ ਨੇ ਇਸ ਕੋਵਿਡ ਸੈਂਟਰ ਦੀ ਸ਼ੁਰੂਆਤ ਕੀਤੀ ਹੈ। 50 ਬੈੱਡ ਦਾ ਇਹ ਕੋਵਿਡ ਸੈਂਟਰ ਹੈ ਤੇ ਸੈਕਟਰ 43 ਦੇ ਸਪੋਰਟਸ ਕੰਪਲੈਕਸ ਦੇ ਵਿੱਚ ਆਧੁਨਿਕ ਸਹੂਲਤਾਂ ਦੇ ਨਾਲ ਲੈਸ ਇਸ ਕੋਵਿਡ ਸੈਂਟਰ ਦੀ ਹੁਣ ਸ਼ੁਰੂਆਤ ਕੀਤੀ ਗਈ ਹੈ। ਜਿਹੜੇ NGOs ने होर ਜਿਹੜੇ संस्था है उन्होंने एडमिनिस्ट्रेशन नाल मिल के कोविड ਜਿਹੜੇ मिनी सेंटर्स हैं वो बनाना शुरू कर दिते क्योंकि हुण ये ਜਿਹੜੀ सिचुएशन चल रही है काफ़ी एक्सट्राऑर्डनरी। अज चंडीगढ़ के सैक्टर 43 स्पोर्ट कॉम्पलैक्स च यूनाइटेड स्टेट सिख ਜਿਹੜੀ ਹੈਗੀ ਉਹਨਾਂ ਨੇ सहयोग नाल एडमिनिस्ट्रेशन ने ਜਿਹੜੇ 50 बैड्स ने ऑक्सीजन ਦੇ ਨਾਲ ਹੋਰ ਜਿਹੜੀ बेसिक फैसिलिटीज़ है वो सारी ਦਿੱਤੀ ਹੈ ਤੇ ਸਾਡੇ ਨਾਲ ਜਿਹੜੇ यूनाइटेड सिक्स ने ਹੋਰ ਜਿਹੜੇ राजन जी है वो ਸਾਡੇ ਨਾਲ ਨੇ। ਸਭ ਤੋਂ ਪਹਿਲਾਂ ਸਰ ਤੁਹਾਡੇ ਨਾਲ ਗੱਲ ਕਰਦੇ ਕਿਉਂਕਿ ਹੁਣ ਜਿਹੜੀ ਸਿਚੁਏਸ਼ਨ ਹੈ ਉਹ ਐਕਸਟਰਾਆਰਡਨਰੀ ਆਬਵੀਅਸ ਹੈਗੀ, ਨੀਡ ਵੀ ਹੈਗੀ ਲੋਕਾਂ ਨੂੰ। ਤੁਸੀਂ ਹੁਣ ਇੱਥੇ ਕਿਸ ਤਰ੍ਹਾਂ ਦੀ ਸਰਵਿਸ ਜਿਹੜੀ ਉਹ ਪ੍ਰੋਵਾਈਡ ਕੀਤੀ? ਦੇਖੋ ਜੀ, ਅਸੀਂ ਇੱਥੇ 50 ਬੈੱਡ ਦਾ ਸੈਟਅਪ ਸ਼ੁਰੂ ਕੀਤਾ ਹੈ ਜਿਸ ਵਿੱਚ 80% ਜਿਹੜੇ ਬੈੱਡਸ ਹੈਗੇ ਆਕਸੀਜਨ ਤੇ ਹੈ। ਤੇ ਆਓ ਤੁਹਾਨੂੰ ਅਸੀਂ ਦਿਖਾਉਂਦੇ ਹਾਂ ਫੈਸਿਲਿਟੀ ਇੱਥੇ। ਠੀਕ ਹੈ ਜੀ। तो ਵੈਸੇ ਬੈੱਡ ਦੇ ਉੱਤੇ ਆਪਾਂ ਆਕਸੀਜਨ ਦੋ ਤਰ੍ਹਾਂ ਦੀ ਹੈ। ਇੱਕ ਤਾਂ ਪਿਓਰ ਫਾਰਮ ਆਫ ਆਕਸੀਜਨ ਹੁੰਦੀ ਹੈ ਜੋ ਕਿ ਆਪਾਂ ਸਿਲੰਡਰਸ ਤੋਂ ਲੈਂਦੇ ਹਾਂ। ਉਸ ਦੇ ਲਈ ਆਪਾਂ ਪੂਰੀ ਪਾਈਪਲਾਈਨ ਵਿਛਾਈ ਹੈ ਤੇ ਸਾਰਾ ਸੈਟਅਪ ਸਾਡਾ ਬਾਹਰ ਹੈ ਔਰ ਪਾਈਪ ਹਰ ਇੱਕ ਬੈੱਡ ਤੇ ਲੱਗੀ ਹੈ। ਠੀਕ ਹੈ। ਉਸ ਦੇ ਬੈਕਅਪ ਲਈ ਅਸੀਂ ਕੀ ਕ੍ਰੀਏਟ ਕੀਤਾ ਹੈ ਕਿ ਅਸੀਂ ਕਨਸੈਂਟਰੇਟਰ ਮੰਗਵਾਏ ਹੈਗੇ। ਠੀਕ ਹੈ ਜੀ। ਇਹ ਕਨਸੈਂਟਰੇਟਰ ਕੀ ਹੋਏਗਾ ਕਿ ਫੋਰ ਐਗਜ਼ਾਮਪਲ ਕਿਸੇ ਦਾ ਸੈਚੂਰੇਸ਼ਨ ਪੁਆਇੰਟ 93 94 ਹੈ, ਉਹਨੂੰ ਲਿਮਿਟਿਡ ਆਕਸੀਜਨ ਚਾਹੀਦੀ ਹੈਗੀ ਹੈ ਤਾਂ ਆਪਾਂ ਕਨਸੈਂਟਰੇਟਰ ਯੂਜ਼ ਕਰਾਂਗੇ ਸੋ ਦੈਟ ਵੀ ਡੋਂਟ ਵੇਸਟ ਟੂ ਮਚ ਆਫ ਆਕਸੀਜਨ। ਐਟ ਦ ਸੇਮ ਪੁਆਇੰਟ ਆਫ ਟਾਈਮ ਵੀ ਗਿਵ ਐਂਡ ਸਪਲਾਈ ਦ ਪੇਸ਼ੈਂਟ ਵਾਟਐਵਰ ਇਜ਼ ਰਿਕੁਆਇਰਡ। ਠੀਕ ਹੈ। ਤੇ ਸਰ ਖਾਣ ਪੀਣ ਦੀ ਜਿਹੜੀ ਫੈਸਿਲਿਟੀਜ਼ ਹੈ ਉਹ ਤੁਸੀਂ ਕਿਸ ਖਾਣ ਪੀਣ ਵਿੱਚ ਬੇਸਿਕਲੀ ਸਾਡੇ 3 ਟਾਈਮ ਦਾ ਖਾਣਾ ਬ੍ਰੇਕਫਾਸਟ ਲੰਚ ਐਂਡ ਡਿਨਰ ਆਪਾਂ ਪੇਸ਼ੈਂਟ ਨੂੰ ਪ੍ਰੋਵਾਈਡ ਕਰ ਰਹੇ ਹੈਗੇ। ਅਲੱਗ-ਅਲੱਗ ਲੋਕਾਂ ਨੇ ਸੇਵਾ ਕੀਤੀ ਹੈ। ਚਾਹ ਦਾ ਲੰਗਰ ਵੀ ਸੇਵਾ ਵਿੱਚ ਹੈਗਾ ਤੇ ਐਵਰੀਥਿੰਗ ਵਿਚ ਇਜ਼ ਹੇਅਰ, ਚਾਹੇ ਫੂਡ ਹੈਗਾ, ਚਾਹੇ ਮੈਡੀਸਨ ਹੈਗੇ ਹੈ, ਡਾਕਟਰਸ ਹੈਗੇ, ਨਰਸਿਸ ਹੈਗੇ ਹੈ, ਸਭ ਕੁਝ ਇੱਥੇ ਸੇਵਾ ਕਰ ਰਹੇ हैं और सब फ्री ऑफ कॉस्ट प्रोवाइड हो रहा है। राजन जी, ये जिदा सर ने दसिया कि हुण ओवरली कोई एमरजेंसी ਜਿਹੜਾ ਪੇਸ਼ੈਂਟ ਹੁੰਦਾ ਉਹਦੇ ਵਾਸਤੇ ਤੁਸੀਂ ਹੁਣ ਕਿਸ ਤਰ੍ਹਾਂ ਦੀ ਫਿਰ ਅੱਗੇ ਫੈਸਿਲਿਟੀ ਕਰੋਗੇ? ਕੋਈ ਜਦੋਂ ਮੈਨੂੰ ਇਹ ਪਤਾ ਚੱਲਿਆ ਕਿ ਯੂਨਾਈਟਿਡ ਸਿਕਸ ਅਮਰ ਜੀ ਨੇ ਮੈਨੂੰ ਦੱਸਿਆ ਕਿ ਇੱਥੇ ਪਲਾਨ ਕਰ ਰਹੀ ਹੈ ਤੇ ਮੇਰੀ ਜਿਹੜੀ ਆਪਦੀ ਫਾਊਂਡੇਸ਼ਨ ਹੈ ਕਰਨ ਗਲੋਤਰਾ ਫਾਊਂਡੇਸ਼ਨ, ਤੇ ਮੈਂ ਕਿਉਂਕਿ ਆਪਣੇ ਫਾਜ਼ਿਲਕਾ ਆਈ ਤਾਂ ਅਸੀਂ ਕਾਫੀ ਕੁਝ ਕਰ ਰਹੇ ਸੀਗੇ, ਚੰਡੀਗੜ੍ਹ ਵੀ ਹੋਰ ਕਰ ਰਹੇ ਸੀ, ਬਟ ਜਦੋਂ ਇਹ ਕੋਵਿਡ ਕੇਅਰ ਸੈਂਟਰ ਦੀ ਗੱਲ ਆਈ ਤੇ ਮੈਨੂੰ ਲੱਗਿਆ ਕਿ ਇਹ ਬਿਲਕੁਲ ਹੀ ਨੀਡ ਆਫ ਦੀ ਆਰ ਹੈ ਕਿਉਂਕਿ ਆਪਣੇ ਇਸ ਟਾਈਮ 'ਚ ਹਸਪੀਟਲ ਸਾਰੇ ਓਵਰਲੋਡਡ ਹੈਗੇ ਨੇ ਤੇ NGOs ਜੇ ਅੱਗੇ ਨਿਕਲ ਕੇ ਤੇ ਚੰਡੀਗੜ੍ਹ ਵੈਸੇ ਵੀ ਬਹੁਤ ਵਧੀਆ ਗੱਲ ਹੈ ਕਿ ਮੇਰਾ ਤਕਰੀਬਨ 9 ਜਾਂ 10 ਇਹ ਜੀ ਫੈਸਿਲਿਟੀਆਂ ਬਣ ਰਹੀਆਂ ਹੈ ਜਾਂ 5-6 ਇਨੋਗਰੇਟ ਵੀ ਹੋ ਚੁੱਕੀਆਂ ਤੇ ਇਹ ਮੇਰੇ ਹਿਸਾਬ ਨਾਲ ਹਸਪੀਟਲ ਦਾ ਲੋਡ ਘਟਾਉਣ 'ਚ ਤੇ ਸਰਕਾਰ ਨੂੰ ਵੀ ਮਦਦ ਕਰਨ 'ਚ ਤੇ ਨਾਲੇ ਜਿਹੜੇ ਵੋਲੰਟੀਅਰਸ ਹੈਗੇ ਲੋਕਾਂ ਦਾ ਸੇਵਾ ਭਾਵ ਹੈਗਾ ਉਹ ਵੀ ਇੱਥੇ ਸਾਡੇ ਨਾਲ ਜੁੜ ਰਹੇ ਨੇ। ਕੋਰੋਨਾ ਵਰਗੀ ਮਹਾਮਾਰੀ ਦੇ ਖਿਲਾਫ ਮਿਲ ਕੇ ਹੀ ਜੰਗ ਜਿੱਤੀ ਜਾ ਸਕਦੀ ਹੈ। ਸਾਂਝੇ ਯਤਨਾਂ ਦੇ ਨਾਲ ਹੀ ਕੋਰੋਨਾ ਨੂੰ ਹਰਾਇਆ ਜਾ ਸਕਦਾ ਹੈ। ਵੱਖ-ਵੱਖ ਤਸਵੀਰਾਂ ਕੋਰੋਨਾ ਖਿਲਾਫ ਵੱਡੀ ਸਾਂਝੀ ਲੜਾਈ ਨੂੰ ਹੀ ਦਰਸਾਉਂਦੀਆਂ ਨੇ। ਪੰਜਾਬ ਸਰਕਾਰ ਨੇ ਕੋਰੋਨਾ ਖਿਲਾਫ ਮਿਸ਼ਨ ਫਤਿਹ 2 ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਤੇ ਸਰਕਾਰ ਦੇ ਇਹਨਾਂ ਹੁਕਮਾਂ ਤੇ ਸੰਗਰੂਰ ਤੇ ਮੋਗਾ 'ਚ ਕਈ ਪਿੰਡਾਂ 'ਚ ਆਪੋ ਆਪਣੇ ਪਿੰਡਾਂ ਨੂੰ ਕੋਰੋਨਾ ਮੁਕਤ ਕਰਨ ਦਾ ਮਿਸ਼ਨ ਸ਼ੁਰੂ ਕਰ ਦਿੱਤਾ ਗਿਆ। ਮਿਸ਼ਨ ਫਤਿਹ 2 ਦੀ ਸ਼ੁਰੂਆਤ ਹੋ ਗਈ ਹੈ। ਲੋਕਾਂ ਨੂੰ ਘਰ-ਘਰ ਜਾ ਕੇ ਕੋਰੋਨਾ ਖਿਲਾਫ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਲੋਕ ਵੱਧ ਤੋਂ ਵੱਧ ਕੋਰੋਨਾ ਨਿਯਮਾਂ ਦਾ ਪਾਲਣ ਕਰਨ ਤੇ ਕੋਈ ਲੱਛਣ ਮਿਲਣ ਤੇ ਤੁਰੰਤ ਡਾਕਟਰ ਨੂੰ ਸੰਪਰਕ ਕਰਨ। ਸਰਕਾਰ ਦੀ ਇਸ ਮੁਹਿੰਮ ਨੂੰ ਸਫਲ ਬਣਾਉਣ ਦੇ ਲਈ ਲੋਕ ਨੁਮਾਇੰਦੇ ਵੀ ਆਪਣਾ ਯੋਗਦਾਨ ਪਾ ਰਹੇ ਨੇ ਤੇ ਗਿੱਦੜਬਾਹਾ ਤੋਂ ਕਾਂਗਰਸ ਵਿਧਾਇਕ ਰਾਜਾ ਵੜਿੰਗ ਨੇ ਪਿੰਡ ਕੁਰਾਈਵਾਲਾ 'ਚ ਖੁਦ ਗਲੀ-ਗਲੀ ਅਨਾਉਂਸਮੈਂਟ ਕਰਕੇ ਲੋਕਾਂ ਨੂੰ ਕੋਰੋਨਾ ਪ੍ਰਤੀ ਜਾਗਰੂਕ ਕੀਤਾ। ਰਾਜਪੁਰਾ 'ਚ ਵੀ ਲੋਕਾਂ ਅੰਦਰ ਵੈਕਸੀਨ ਨੂੰ ਲੈ ਕੇ ਉਤਸ਼ਾਹ ਦੇਖਿਆ ਗਿਆ। ਵੱਡੀ ਗਿਣਤੀ 'ਚ ਲੋਕ ਵੈਕਸੀਨ ਲਵਾਉਣ ਪਹੁੰਚੇ। ਕੋਰੋਨਾ ਨੂੰ ਹਰਾਉਣ ਦੇ ਲਈ ਵੈਕਸੀਨ ਲਵਾਉਣੀ ਤੇ 2 ਗਜ਼ ਦੀ ਦੂਰੀ ਦੋਵੇਂ ਹੀ ਜ਼ਰੂਰੀ ਨੇ। ਤੇ ਉਧਰ ਕੈਥਲ 'ਚ ਲੋਕਾਂ ਨੇ ਕੋਵਿਡ ਸੈਂਟਰ ਦਾ ਵਿਰੋਧ ਕੀਤਾ। ਕੋਵਿਡ ਸੈਂਟਰ ਦੇ ਵਿਰੋਧ 'ਚ 2 ਪਿੰਡਾਂ ਦੇ ਲੋਕ ਨਿੱਤਰ ਆਏ ਨੇ। ਪਿੰਡ ਪਾਈ ਤੇ ਪਿੰਡ ਸੌਂਗਲ 'ਚ ਲੋਕਾਂ ਨੇ ਇਸ ਦਾ ਵਿਰੋਧ ਕੀਤਾ। ਪਾਈ ਪਿੰਡ ਤੋਂ ਬਾਹਰ ਕੋਵਿਡ ਸੈਂਟਰ ਬਣਾਉਣਾ ਪਿਆ ਲੇਕਿਨ ਸੌਂਗਲ ਪਿੰਡ ਦੇ ਵਿੱਚ ਕੋਵਿਡ ਸੈਂਟਰ ਬਣਨ ਹੀ ਨਹੀਂ ਦਿੱਤਾ ਗਿਆ। ਭਾਰੀ ਵਿਰੋਧ ਤੋਂ ਬਾਅਦ ਅਧਿਕਾਰੀਆਂ ਨੂੰ ਵਾਪਸ ਭੱਜਣਾ ਪਿਆ। ਪ੍ਰਸ਼ਾਸਨ ਦੀ ਦਖਲਅੰਦਾਜ਼ੀ ਬਰਦਾਸ਼ਤ ਨਹੀਂ ਕਰਾਂਗੇ। ਪਿੰਡ ਵਾਲਿਆਂ ਨੇ ਕਿਹਾ ਕਿ ਪ੍ਰਸ਼ਾਸਨ ਦੀ ਦਖਲਅੰਦਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਤੇ ਕੈਥਲ ਦੇ ਵਿੱਚ ਵਿਰੋਧ ਦੇਖਣ ਨੂੰ ਮਿਲਿਆ। ਕੋਵਿਡ ਸੈਂਟਰ ਬਣਾਉਣ ਤੋਂ ਮਨਾ ਕੀਤਾ ਗਿਆ। ਕੋਵਿਡ ਸੈਂਟਰ ਬਣਾਉਣ ਦਾ ਉਹਨਾਂ ਦੇ ਵੱਲੋਂ ਵਿਰੋਧ ਕੀਤਾ ਗਿਆ। ਪਿੰਡ ਪਾਈ ਦੇ ਵਿੱਚ ਪਿੰਡ ਤੋਂ ਬਾਹਰ ਕੋਵਿਡ ਸੈਂਟਰ ਬਣਾਉਣਾ ਪਿਆ ਤੇ ਦੂਸਰੇ ਪਾਸੇ ਪਿੰਡ ਸੌਂਗਲ ਦੇ ਵਿੱਚ ਕੋਵਿਡ ਸੈਂਟਰ ਬਣਾਉਣ ਹੀ ਨਹੀਂ ਦਿੱਤਾ ਗਿਆ, ਵੰਡ ਹੀ ਨਹੀਂ ਦਿੱਤਾ ਗਿਆ ਤੇ ਅਧਿਕਾਰੀਆਂ ਨੂੰ ਵਾਪਸ ਪਰਤਣਾ ਪਿਆ। हमारे संज्ञान में यह मामला आया था जैसे कि एक राजौन ब्लॉक में गांव सोंगल और कुंडरी ब्लॉक में गांव पाई, तो हमारे जो ब्लॉक के नोडल अफसर है और जो ग्राम सचिव उन्होंने पाई वाले ग्राम
ग्रामीणों से मिलकर और एक बैठक करके एक दूसरा स्कूल है जो उस गांव से बाहर की ओर पड़ता है, वहाँ पे दोनों ने सलाह मशवरा कर वो स्थान चिन्हित कर दिया और वहाँ कोविड सेंटर बना दिया गया है। स्टार्टिंग में विरोध हुआ था, स्टार्टिंग में कुछ लोग इकट्ठे हुए थे, लेकिन वो फिर उन्होंने ये कहा भी दूसरी बिल्डिंग में कर लो, ये इस बिल्डिंग में हम आने जाने में दिक्कत रहेगी। तो हमने उनको मानते हुए उस विरोध को उनसे सहमति लेकर फिर ये हमने दूसरी जगह चिन्हित कर दी। ਪਿੰਡਾਂ 'ਚ ਤੇਜ਼ੀ ਨਾਲ ਫੈਲ ਰਹੇ ਕੋਰੋਨਾ ਨੂੰ ਲੈ ਕੇ ਪੰਜਾਬ ਸਰਕਾਰ ਗੰਭੀਰ ਹੈ, ਪਰ ਇਸ ਵਿਚਾਲੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਨੇ ਇੱਕ ਵੱਡਾ ਬਿਆਨ ਦਿੱਤਾ। ਬਾਜਵਾ ਨੇ ਕਿਹਾ ਹੈ ਕਿ ਕੋਰੋਨਾ ਦੇ ਕੇਸ ਵਧਣ ਦੀ ਇੱਕ ਵਜ੍ਹਾ ਕਿਸਾਨ ਅੰਦੋਲਨ ਵੀ ਹੈ। ਪਿੰਡਾਂ ਦੇ ਵਿੱਚ ਕੋਰੋਨਾ ਦੀ ਐਂਟਰੀ ਤੇ ਕੇਂਦਰ ਤੋਂ ਲੈ ਕੇ ਪੰਜਾਬ ਸਰਕਾਰ ਚਿੰਤਤ ਨਜ਼ਰ ਆ ਰਹੀ ਹੈ। ਇਸੇ ਕਰਕੇ ਪੰਜਾਬ ਸਰਕਾਰ ਦੇ ਵੱਲੋਂ ਕੋਰੋਨਾ ਮੁਕਤ ਪਿੰਡ ਮੁਹਿੰਮ ਦੀ ਵੀ ਸ਼ੁਰੂਆਤ ਕੀਤੀ ਗਈ ਹੈ। ਦੂਜੇ ਪਾਸੇ ਪਿੰਡਾਂ ਦੇ ਵਿੱਚ ਲਗਾਤਾਰ ਵੱਧ ਰਹੇ ਕੋਰੋਨਾ ਕੇਸਾਂ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਪਿੰਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਬਾਜਵਾ ਨੇ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਪਿੰਡਾਂ ਦੇ ਵਿੱਚ ਕੋਰੋਨਾ ਵਧਣ ਦੀ ਇੱਕ ਵਜ੍ਹਾ ਕਿਸਾਨ ਅੰਦੋਲਨ ਵੀ ਹੈ ਤੇ ਕਿਸਾਨਾਂ ਨੂੰ ਅਪੀਲ ਕਰ ਰਹੇ ਨੇ ਕਿ ਆਪਣੇ ਪਿੰਡ ਦੇ ਵਿੱਚ ਆਉਣ ਤੋਂ ਪਹਿਲਾਂ ਟੈਸਟ ਜ਼ਰੂਰ ਕਰਵਾਉਣ। ਇੱਕ ਕਾਰਨ ਇਹ ਵੀ ਹੈਗਾ ਵਾ, ਜਿਹੜੇ ਸਿੰਘੂ ਬਾਰਡਰ ਤੇ ਕਿਸਾਨ ਵੀਰ ਉੱਥੇ ਲਾ ਕੇ ਸਮਾਂ ਆਉਂਦੇ ਨੇ, ਉਹਨਾਂ 'ਚ ਇਹ ਗੱਲ ਹੈਗੀ ਆ। ਇੱਕ ਕਾਰਨ ਹੈਗਾ, ਪਰ ਇਹੋ ਹੀ ਕਾਰਨ ਨਹੀਂ, ਇਹ ਗੱਲ ਗਲਤ ਹੈ। ਅਸੀਂ ਹੁਣ ਆਖਿਆ ਵੀ ਜਿਹੜੇ ਦਿੱਲੀੋਂ ਆਉਂਦੇ ਨੇ, ਆਣ ਕੇ ਸਭ ਤੋਂ ਪਹਿਲਾਂ ਕੰਮ ਪਹਿਲਾਂ ਟੈਸਟ ਕਰਾਉਣ, ਤੇ ਜਿੰਨੀ ਦੇਰ ਤੱਕ ਉਹ ਟੈਸਟ ਦਾ ਰਿਜ਼ਲਟ ਹੀ ਉਹਨਾਂ ਦਾ ਆਪਣੇ ਆਪ ਨੂੰ ਆਈਸੋਲੇਟ ਰੱਖਣ, ਕਿਉਂਕਿ ਸਭ ਤੋਂ ਪਹਿਲਾਂ ਖਤਰਾ ਉਹਨਾਂ ਦੇ ਪਰਿਵਾਰ ਨੂੰ ਹੀ ਹੈ। ਹਾਲਾਂਕਿ ਕਾਂਗਰਸ ਸੰਸਦ ਗੁਰਜੀਤ ਔਜਲਾ ਦਾ ਤਰਕ ਬਾਜਵਾ ਦੇ ਨਾਲੋਂ ਵੱਖਰਾ ਹੈ। ਉਹਨਾਂ ਕਿਹਾ ਕਿ ਪਿੰਡਾਂ ਦੇ ਵਿੱਚ ਵੱਧਦੇ ਕੋਰੋਨਾ ਦੇ ਲਈ ਸਿਰਫ किसान ही जिम्मेदार नहीं ने। ये पता नहीं उन्होंने किस धर्म में कहा होगा, लेकिन मेरा एक मानना ये है कि कहीं भी सोशल गैदरिंग होती है, चाहे पॉलिटिकल गैदरिंग हो, चाहे कोई पर्सनल गैदरिंग हो, चाहे रिलीजियस धार्मिक गैदरिंग हो, वो एक बड़ा कारण है। कुंभ का मेला आपको देखो यूपी में क्या हाल हो गया है कुंभ के मेले से। मतलब चिंता की बात है ना, जो लोग पावर में होते हैं इनका फर्ज बनता है कि ऐसी बात को लगती है तो वो बताएं, लेकिन अकेले किसान ही नहीं, और भी बहुत बड़े कारण है जिसके साथ ये कोरोना फैल रहा है। और किसानों को भी बेनती है कि आप चेक भी कराओ, वैक्सीन भी लो, क्योंकि इसका फायदा सरकार को तो कोई है ही नहीं, आपकी फैमिली को जरूर फायदा होगा, आपको खुद को होगा। उधर सेहत मंत्री बलबीर सिद्धू मोदी सरकार ਨੂੰ खेती कानून रद्द करने की सलाह दे रहे हैं। बाजवा साहब मेरे से काफ़ी सीनियर हैं, उनको भी शायद ये मालूम होगा, पर मैं ये कहना चाहता हूँ उसके लिए सीधे तौर पे मोदी जी जिम्मेवार हैं। मोदी जी को जो महामारी देखते हुए ये सारे जो प्रोटेस्ट हैं उनके मतलब बात सुन के जो काले ब्लैक लॉ बने उनको रद्द कर दें, तो लोग कम से कम थोड़ा सुकून से रह सकें और हम काफ़ी इससे बच सकते हैं। जबकि हरियाणा के सेहत मंत्री अनिल विज अपना तर्क दे रहे हैं। विज मुताबिक उन्होंने पिंडां दे विच ज्यादा कोरोना फैल रहा है जिथों ज्यादा किसानां ने मोर्चे दे विच हिस्सा लिया। ऐसी एक जानकारी सामने आ रही है और कई समाचार पत्रों में और मीडिया में भी आ रहा है कि जिन किसानों ने धरने में जिन गांवों से ज़्यादा हिस्सा लिया है उन्हीं गांवों में ये कोरोना ज़्यादा फैला है। सो तृप्त बाजवा के बयान ने नवी चर्चा छेड़ दी है। हालांकि हर किसी का इस दे पिछे अपना तर्क है, कारण चाहे कोई भी होवे, पर इन्ना जरूर है कि पिंडां दे विच वधदा कोरोना चिंता का विषय जरूर बनिया होया ते पिंड वासियों के सहयोग के नाल ही कोरोना मुक्त अभियान का टीचा जल्द पूरा होवेगा। ब्यूरो रिपोर्ट न्यूज़ 18 पंजाब।